ਪੰਜਾਬੀ ਨਾਵਲ ਅੱਧੀ ਮੌਤ, ਪੰਜਵੀਂ ਕਿਸ਼ਤ, ਪੰਜਵਾਂ ਅੰਗ ਬਿਮਾਰੀ। ਅਮਜਦ ਮੋਟਰਸਾਈਕਲ ਜ਼ੂਮ ਕਰਦਾ ਪਿਆ ਚਲਾਉਂਦਾ ਸੀ। ਕਈ ਵਾਰੀ ਤੇ ਮੈਨੂੰ ਡਰ ਲੱਗਾ ਕਿ ਹੁਣ ਟੱਕਰ ਵੱਜੀ ਕਿ ਹੁਣ, ਪਰ ਉਹ ਆਪਣੇ ਵੱਲੋਂ ਫਿਲਮੀ ਹੀਰੋ ਬਣਿਆ ਫਿਰਦਾ ਸੀ। ਮੈਨੂੰ ਆਪਣੀ ਮੌਤ ਚੇਤੇ ਆ ਗਈ। ਹੈਲਮਟ ਨਹੀਂ ਪਾਈ ਹੋਈ ਸੀ, ਵਰਨਾ ਟੱਕਰ ਕੋਈ ਇਹੋ ਜਿਹੀ ਨਹੀਂ ਸੀ ਕਿ ਮੈਂ ਮਰ ਹੀ ਜਾਂਦਾ। ਖੈਰ ਹੁਣ ਕੀ ਹੋ ਸਕਦਾ ਸੀ। ਉਹ ਮੌਤ ਦਾ ਮੁਜਾਹਿਦ ਵੀ ਹੈਲਮਟ ਪਾਏ ਬਿਨਾਂ ਹੀ ਮੋਟਰਸਾਈਕਲ ਇੰਜ ਗੱਡੀਆਂ ਵਿੱਚੋਂ ਸੱਜੇ ਖੱਬੇ ਲਹਿਰਾਉਂਦਾ ਸਪੀਡਾਂ ਵਿੱਚ ਕੱਢੀ ਜਾਂਦਾ ਸੀ, ਜਿਸ ਤਰ੍ਹਾਂ ਰਾਤੀ ਚਮਗਾਦੜ ਰੁੱਖਾਂ ਵਿੱਚੋਂ ਤੈਰਦੀ ਜਾਂਦੀ ਏ। ਇੱਕ ਵਾਰੀ ਤੇ ਮੈਂ ਬਸ ਆਵਾਜ਼ ਮਾਰਨ ਹੀ ਲੱਗਾ ਸਾਂ ਕਿ ਬਸ ਕਰਦੇ ਸ਼ਹਿਜ਼ਾਦੇ, ਘਰ ਮਾਂ ਪਏ ਉਡੀਕਦੇ ਨੇ, ਕੀ ਪਿਆ ਕਰੀ ਜਾਣਾ ਹੈ। ਪਰ ਵੇਲੇ ਸਿਰ ਚੇਤਾ ਆ ਗਿਆ ਕਿ ਕੋਈ ਫਾਇਦਾ ਨਹੀਂ। ਜਿਉਂਦੇ ਲੋਕੀ ਮੁਰਦਿਆਂ ਦੀਆਂ ਆਵਾਜ਼ਾਂ ਨਹੀਂ ਸੁਣ ਸਕਦੇ, ਨਹੀਂ ਤੇ ਵੱਡੇ ਲੋਕਾਂ ਦੀਆਂ ਜੰਗਾਂ ਵਿੱਚ ਮੋਏ ਨਿੱਕੇ ਨਿੱਕੇ ਬੇਵਕਤ ਤੇ ਬੇਬਸ ਫੌਜੀਆਂ ਦੀਆਂ ਹਾਵਾਂ ਉਹਨਾਂ ਨੂੰ ਜੀਣ ਨਾ ਦੇਣ। ਜਦੋਂ ਆਪਣੀਆਂ ਮਾਵਾਂ ਵਹੁਟੀਆਂ ਤੇ ਬਾਲਾਂ ਨੂੰ ਆਪਣੇ ਜਨਾਜ਼ਿਆਂ ਤੇ ਰੋਂਦੇ ਕੁਰਲਾਉਂਦੇ ਵੇਖਦੇ ਹੋਣਗੇ ਤੇ ਖਬਰੇ ਆਪਣੀ ਆਵਾਜ਼ ਗੁੱਟੀ ਅੱਧ ਮਰਿਆਂ ਵੀ ਦੁਨੀਆ ਨੂੰ ਕਿੰਨੀਆਂ ਚੀਕਾਂ ਮਾਰਦੇ ਆਉਣਗੇ। ਉਹਨਾਂ ਨਾਲ ਚੰਗੀ ਹੁੰਦੀ ਏ ਜਿਹੜਾ ਉਹ ਫਟਾਫਟ ਉੱਤੇ ਨੂੰ ਟੁਰ ਜਾਂਦੇ ਨੇ ਤੇ ਆਪਣੇ ਪਿਆਰਿਆਂ ਦਾ ਬਾਅਦ ਦਾ ਹਾਲ ਨਹੀਂ ਵੇਖਦੇ। ਬਾਅਦ ਵਿੱਚ ਮਾੜੇ ਮੁਰਦੇ ਦੇ ਖਾਨਦਾਨ ਨਾਲ ਜੋ ਹੁੰਦੀ ਏ, ਉਹ ਵੇਖ ਕੇ ਹੀ ਅਖਾਣ ਬਣਿਆ ਹੋਇਆ ਹੈ ਕਿ ਲੋਕੀ ਬੰਦੇ ਨੂੰ ਬਹਿ ਕੇ ਰੋਂਦੇ ਨੇ ਤੇ ਰੋਟੀ ਨੂੰ ਖਲੋ ਕੇ। ਇਹੋ ਸੋਚਦਾ ਮੈਂ ਵੀ ਅਮਜਦ ਦੀ ਮੋਟਰਸਾਈਕਲ ਨਾਲ ਹੀ ਲਹਿਰਾਂਦਾ ਜਾ ਰਿਹਾ ਸਾਂ ਕਿ ਅਚਾਨਚੱਕ ਵੇਲਾ ਠਹਿਰ ਗਿਆ। ਸੱਜੇ ਖੱਬੇ ਦੀ ਇੱਕ ਜੋੜੀ ਨਮੂਦਾਰ ਹੋਈ। ਉਹ ਅਮਜਦ ਦੇ ਹਿਉਲਿਆਂ ਨਾਲ ਮਸ਼ਵਰਾ ਕਰਨ ਆਏ ਸਨ। ਉਹਨਾਂ ਦਾ ਬੰਦਾ ਇੱਕ ਡਾਕਟਰ ਸੀ, ਚੰਗਾ ਬੰਦਾ ਸੀ। ਉਹਦਾ ਮਸਲਾ ਇਹ ਸੀ ਕਿ ਉਹਦਾ ਇੱਕ ਮਰੀਜ਼ ਸੀ ਜਿਹੜਾ ਮਰ ਰਿਹਾ ਸੀ ਤੇ ਡਾਢੀ ਤਕਲੀਫ ਨਾਲ ਮਰ ਰਿਹਾ ਸੀ। ਉਹਨੂੰ ਖੂਨ ਦਾ ਕੈਂਸਰ ਸੀ। 2 ਵਰ੍ਹਿਆਂ ਤੋਂ ਇਲਾਜ ਕਰਾ ਰਿਹਾ ਸੀ, ਤਿਲ ਪਿਆ ਮਰਦਾ ਸੀ। ਜਦੋਂ ਡਾਕਟਰਾਂ ਵੀ ਜਵਾਬ ਹੀ ਦੇ ਦਿੱਤਾ ਤੇ ਉਹਦੇ ਘਰ ਵਾਲੇ ਉਹਨੂੰ ਹਸਪਤਾਲੋਂ ਘਰ ਲੈ ਕੇ ਜਾਣ ਵਾਲੇ ਸਨ। ਉਹਨੇ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਡਾਕਟਰ ਉਹਨੂੰ ਜ਼ਹਿਰ ਦੇ ਦੇਵੇ ਤੇ ਡਾਕਟਰ ਨੇ ਉਹਨੂੰ ਜ਼ਹਿਰ ਦੇ ਦਿੱਤਾ। ਹੁਣ ਮਸਲਾ ਇਹ ਸੀ ਕਿ ਇਹ ਕੰਮ ਡਾਕਟਰ ਦੇ ਸੱਜੇ ਰਜਿਸਟਰ ਵਿੱਚ ਦਰਜ ਹੋਵੇ ਜਾਂ ਖੱਬੇ ਵਿੱਚ। ਮੇਰੇ ਕੋਲੋਂ ਫੇਰ ਰਿਹਾ ਨਾ ਗਿਆ। ਕੀ ਪੇ ਕਰਦੇ ਹੋ? ਇਸ ਵਾਰੀ ਤੇ ਮੈਨੂੰ ਕੌੜ ਹੀ ਚੜ ਗਈ। ਇਹ ਤੁਸੀਂ ਕਿਸ ਕਿਸਮ ਦੀਆਂ ਗੱਲਾਂ ਪੇ ਕਰਦੇ ਹੋ? ਡਾਕਟਰ ਤੇ ਮਸੀਹਾ ਹੁੰਦਾ ਏ, ਉਹਦਾ ਕੰਮ ਲੋਕਾਂ ਦੀ ਜਾਨ ਬਚਾਉਣਾ ਹੁੰਦਾ ਏ। ਜਿਹੜਾ ਡਾਕਟਰ ਲੋਕਾਂ ਨੂੰ ਜ਼ਹਿਰ ਦੇ ਮਾਰੇ, ਉਹਦੇ ਕਤਲ ਤੁਸੀਂ ਸੱਜੇ ਰਜਿਸਟਰ ਵਿੱਚ ਲਿਖਣਾ ਚਾਹੁੰਦੇ ਹੋ? ਇਹ ਤੁਸੀਂ ਕਰ ਕਿਸ ਤਰ੍ਹਾਂ ਸਕਦੇ ਹੋ? ਉਹ ਮਰੀਜ਼ ਬਹੁਤ ਤਕਲੀਫ ਵਿੱਚ ਸੀ, ਡਾਕਟਰ ਦੇ ਸੱਜੇ ਨੇ ਕਿਹਾ। ਨਾ ਡਾਕਟਰ ਉਹਨੂੰ ਜਿਉਂਦਾ ਰੱਖ ਸਕਦੇ ਸਨ, ਨਾ ਹੀ ਹੁਣ ਉਹਦਾ ਕੁਝ ਇਲਾਜ ਕਰ ਸਕਦੇ ਸਨ। ਉਹਨੇ ਹੁਣ ਮਰਨਾ ਹੀ ਸੀ। ਜ਼ਹਿਰ ਨਾਲ ਨਾ ਮਰਦਾ ਤੇ ਬਿਮਾਰੀ ਨਾਲ ਮਰ ਜਾਂਦਾ। ਅੱਜ ਨਾ ਮਰਦਾ ਤੇ ਕੁਝ ਦਿਨਾਂ ਬਾਅਦ ਮਰ ਜਾਂਦਾ। ਪਰ ਇਹ ਡਾਕਟਰ ਦਾ ਕੰਮ ਨਹੀਂ ਸੀ। ਡਾਕਟਰ ਦਾ ਖੱਬਾ ਮੇਰੇ ਨਾਲ ਖਲੋਤਾ ਸੀ। ਬਿਲਕੁਲ ਸਹੀ, ਮੈਂ ਕਿਹਾ। ਇਹ ਤੁਹਾਡੀ ਕੁਦਰਤ ਦੇ ਵੀ ਖਿਲਾਫ ਹੈ। ਜਦ ਕੁਦਰਤ ਦੇ ਨਿਜ਼ਾਮ ਬਾਹਰੋਂ ਇੱਕ ਬੰਦੇ ਨੇ ਬਿਮਾਰੀ ਨਾਲ ਮਰਨਾ ਹੈ ਤੇ ਫਿਰ ਉਹਨੂੰ ਬਿਮਾਰੀ ਨਾਲ ਹੀ ਮਰਨ ਦੇਣਾ ਚਾਹੀਦਾ ਹੈ। ਖਾਮਖਾਹ ਵਿੱਚ ਲੱਤ ਅੜਾ ਕੇ ਕੁਦਰਤ ਦੇ ਕੰਮ ਨੂੰ ਉਥਲ ਪੁਥਲ ਨਹੀਂ ਕਰਨਾ ਚਾਹੀਦਾ। ਇਹ ਤੇ 100% ਖੱਬੇ ਰਜਿਸਟਰ ਦਾ ਹੀ ਕੰਮ ਹੈ। ਅਚਾਨਚੱਕ ਮੰਜ਼ਰ ਬਦਲ ਗਿਆ ਤੇ ਮੈਂ ਇੱਕ ਹਸਪਤਾਲ ਦੇ ਆਪਰੇਸ਼ਨ ਥੀਏਟਰ ਵਿੱਚ ਸਾਂ। ਡਾਕਟਰਾਂ ਨੇ ਇੱਕ ਬੰਦੇ ਦਾ ਦਿਲ ਕੱਢ ਕੇ ਸਾਈਡ ਤੇ ਰੱਖਿਆ ਹੋਇਆ ਸੀ ਤੇ ਉਹਨੂੰ ਕੁਝ ਠੀਕ ਠਾਕ ਕਰਦੇ ਸਨ। ਮੰਜ਼ਰ ਬਦਲਿਆ ਤੇ ਮੈਂ ਮੁੜ ਅਮਜਦ ਦੇ ਨਾਲ ਸਾਂ। ਇਹ ਮੰਜ਼ਰ ਮੈਨੂੰ ਅਮਜਦ ਦੇ ਸੱਜੇ ਨੇ ਵਿਖਾਇਆ ਸੀ। ਇਨਸਾਨੀ ਸੋਚ ਵੀ ਕੁਦਰਤ ਦੇ ਨਿਜ਼ਾਮ ਦਾ ਹਿੱਸਾ ਹੈ, ਅਮਜਦ ਦੇ ਸੱਜੇ ਨੇ ਕਹਿਣਾ ਸ਼ੁਰੂ ਕੀਤਾ। ਜਿਸ ਤਰ੍ਹਾਂ ਹੜ੍ਹ, ਆਤਸ਼ਫਿਸ਼ਾਂ, ਅੱਗਾਂ ਤੇ ਸੋਕੇ ਚਲਦੇ ਕੁਦਰਤੀ ਨਿਜ਼ਾਮ ਨੂੰ ਉਥਲ ਪੁਥਲ ਕਰ ਛੱਡਦੇ ਨੇ, ਪਰ ਰਹਿੰਦੇ ਉਹ ਕੁਦਰਤ ਦਾ ਅਟੂਟ ਅੰਗ ਹੀ ਨੇ। ਉਸੇ ਤਰ੍ਹਾਂ ਇਨਸਾਨੀ ਸੋਚ ਵੀ ਕੁਦਰਤ ਦਾ ਹਿੱਸਾ ਹੈ, ਭਾਵੇਂ ਉਹ ਪਹਿਲਾਂ ਤੋਂ ਚਲਦੇ ਨਿਜ਼ਾਮ ਨੂੰ ਬਦਲ ਹੀ ਦੇਵੇ। ਭੋਏ ਜਾਂ ਦੌਲਤ ਦੀ ਖਾਤਰ ਇਨਸਾਨ ਇੱਕ ਬੰਦੇ ਨੂੰ ਮਾਰ ਸੁੱਟਦਾ ਹੈ, ਜਾਂ ਜੰਗ ਕਰਕੇ ਹਜ਼ਾਰਾਂ ਲੱਖਾਂ ਤੇ ਕਦੀ ਕਰੋੜਾਂ ਨੂੰ, ਜਾਂ ਫਿਰ ਦਿਲ ਦੀਆਂ ਸ਼ਰੀਆਨਾਂ ਬੰਦ ਹੋ ਜਾਣ ਨਾਲ ਬੰਦੇ ਦਾ ਮਰਨਾ ਇੱਕ ਕੁਦਰਤੀ ਗੱਲ ਹੈ। ਪਰ ਇਨਸਾਨ ਉਹਦਾ ਇਲਾਜ ਕੱਢ ਕੇ ਬੰਦੇ ਨੂੰ ਇਸ ਬਿਮਾਰੀ ਤੋਂ ਬਚਾ ਲੈਂਦਾ ਹੈ। ਤੂੰ ਪਿਆ ਕਹਿਣਾ ਹੈ ਕਿ ਬੰਦਾ ਮਾਰਨਾ ਭੈੜੀ ਗੱਲ ਹੈ, ਪਰ ਕਾਤਲ ਨੂੰ ਵੀ ਤੇ ਕਤਲ ਹੀ ਕੀਤਾ ਜਾਂਦਾ ਹੈ ਤੇ ਜੰਗ ਵਿੱਚ ਵੀ ਦੁਸ਼ਮਣ ਨੂੰ ਮਾਰਿਆ ਹੀ ਜਾਂਦਾ ਹੈ। ਮੈਂ ਕੁਝ ਹੈਰਾਨ ਜਿਹਾ ਹੋਇਆ। ਮੈਂ ਹਿਸਟਰੀ ਆਪਣੇ ਕੋਰਸ ਦੇ ਇਲਾਵਾ ਘੱਟ ਹੀ ਪੜ੍ਹੀ ਸੀ, ਪਰ ਮੈਂ ਦੁਨੀਆ ਦੇ ਕੁਝ ਮਸ਼ਹੂਰ ਫਲਸਫੀਆਂ ਦੇ ਹਾਲਾਤੇ ਜ਼ਿੰਦਗੀ ਤੇ ਉਹਨਾਂ ਦੇ ਮੋਟੇ ਨਜ਼ਰੀਆਤ ਪੜ੍ਹੇ ਹੋਏ ਸਨ। ਇਹ ਗੱਲਾਂ ਤੇ ਮੈਨੂੰ ਵਾਹ ਫਲਸਫੀਆਨਾ ਦਲੀਲਾਂ ਲੱਗੀਆਂ। ਪਰ ਮੈਡੀਕਲ ਸਾਇੰਸ ਤੇ ਬਣੀ ਲੋਕਾਂ ਨੂੰ ਬਚਾਉਣ ਲਈ ਇਹ ਮਾਰ ਕਿਸ ਤਰ੍ਹਾਂ ਸਕਦੀ ਹੈ?
ਗੱਲ ਮੈਨੂੰ ਕਿਸੇ ਤਰ੍ਹਾਂ ਹਜ਼ਮ ਹੋਣ ਨੂੰ ਤਿਆਰ ਨਹੀਂ ਸੀ। ਮੈਡੀਕਲ ਸਾਇੰਸ ਦਾ ਅਜੇ ਤੀਕਰ ਦਾ ਕੰਮ ਇਨਸਾਨ ਨੂੰ ਅਮਰ ਕਰਨਾ ਨਹੀਂ, ਉਹਨੂੰ ਤਕਲੀਫ ਤੋਂ ਬਚਾਉਣਾ ਹੈ। ਡਾਕਟਰ ਦੇ ਸੱਜੇ ਨੇ ਕਿਹਾ, ਬੰਦੇ ਨੂੰ ਪੋਲੀਓ ਨਾ ਹੋਵੇ, ਦਿਲ ਗੁਰਦੇ ਸਹੀ ਕੰਮ ਕਰਦੇ ਰਹਿਣ, ਤਾਪ ਨਾ ਚੜੇ, ਕਿਤੇ ਪੀੜ ਨਾ ਹੋਵੇ ਵਗੈਰਾ। ਪਰ ਜਾਣ ਕੇ ਬੰਦਾ ਮਾਰਨਾ ਤੇ ਕਤਲ ਹੈ, ਕਤਲ। ਇਸ ਤੋਂ ਜ਼ਿਆਦਾ ਮੇਰੇ ਕੋਲੋਂ ਹੋਰ ਕੁਝ ਨਾ ਕਿਹਾ ਗਿਆ ਤੇ ਮੰਜ਼ਰ ਫੇਰ ਬਦਲਿਆ। ਡਾਕਟਰ ਦੇ ਮਰੀਜ਼ ਦੀ ਜਿੰਦੜੀ ਰਿਵਾਈਂਡ ਸੀ। ਉਹ ਜਿਉਂਦਾ ਸੀ ਤੇ ਹਸਪਤਾਲ ਵਿੱਚ ਉਹਦਾ ਅਖੀਰਲਾ ਦਿਨ ਸੀ। ਅਗਲੇ ਦਿਨ ਉਹਨੂੰ ਘਰ ਵਾਲਿਆਂ ਨੇ ਘਰ ਲੈ ਜਾਣਾ ਸੀ। ਡਾਕਟਰ ਉਹਦੇ ਕੋਲ ਆਇਆ ਤੇ ਉਹਨੇ ਚੈੱਕਅਪ ਕਰਨ ਲਈ ਉਹਦੇ ਵੱਡੇ ਪੁੱਤਰ ਤੇ ਦੋਤਰੇ ਨੂੰ ਬਾਹਰ ਘੱਲ ਦਿੱਤਾ। ਕੱਲ ਤੋਂ ਤੁਸੀਂ ਚੰਗੇ ਪੈ ਦਿਸਦੇ ਹੋ, ਡਾਕਟਰ ਨੇ ਉਹਦੀਆਂ ਰਿਪੋਰਟਾਂ ਵੇਖਦਿਆਂ ਕਿਹਾ। ਜੀ ਡਾਕਟਰ ਸਾਹਿਬ, ਇਹ ਮਰਨ ਜੋਗੀ ਬਿਮਾਰੀ ਤੇ ਜਿਵੇਂ ਮੈਨੂੰ ਦਿਨ ਰਾਤ ਜ਼ਬਾ ਕਰਦੀ ਰਹਿੰਦੀ ਏ। ਕੱਲ ਤੇ ਜਿਵੇਂ ਉਹਦੀ ਛੁਰੀ ਕੁੰਦ ਸੀ, ਮਰੀਜ਼ ਦੀਆਂ ਰਗਾਂ ਵੀ ਖਿੱਚੀਆਂ ਪਈਆਂ ਸਨ। ਇਸ ਤਰ੍ਹਾਂ ਨਾ ਕਹੋ, ਤੁਸੀਂ ਠੀਕ ਹੋ ਜਾਓਗੇ, ਡਾਕਟਰ ਨੇ ਰਿਪੋਰਟਾਂ ਵੇਖਦਿਆਂ ਜਵਾਬ ਦਿੱਤਾ। ਡਾਕਟਰ ਸਾਹਿਬ, ਤੁਸੀਂ ਬਹੁਤ ਚੰਗੇ ਹੋ, ਹਮੇਸ਼ਾ ਮੇਰਾ ਹੌਸਲਾ ਹੀ ਵਧਾਉਂਦੇ ਹੋ, ਪਰ ਹੁਣ ਤੁਸੀਂ ਵੀ ਨਿਰਾਸ਼ ਹੋ ਗਏ ਹੋ ਜੋ ਮੈਨੂੰ ਮਰਨ ਘਰ ਘੱਲ ਰਹੇ ਹੋ। ਮਰੀਜ਼ ਬੋਲਦਿਆਂ ਵੀ ਪੀੜਾਂ ਨਾਲ ਔਖਾ ਪਿਆ ਹੁੰਦਾ ਸੀ। ਇਹ ਗੱਲ ਨਹੀਂ, ਤੁਸੀਂ ਫਿਕਰ ਨਾ ਕਰੋ, ਰੱਬ ਕੋਲੋਂ ਦੁਆ ਕਰੋ ਤੇ ਘਰ ਵਾਲਿਆਂ ਨਾਲ ਰਹੋ। ਮੈਂ ਪੀੜ ਦੇ ਇੰਜੈਕਸ਼ਨ ਲਿਖ ਦਿਆਂਗਾ, ਬੰਦਾ ਤੁਹਾਡੇ ਘਰ ਆ ਕੇ ਤੁਹਾਨੂੰ ਲਾਂਦਾ ਰਹੇਗਾ। ਡਾਕਟਰ ਅਜੇ ਵੀ ਮਰੀਜ਼ ਨਾਲ ਨਜ਼ਰਾਂ ਨਹੀਂ ਸੀ ਪਿਆ ਮਿਲਾਂਦਾ। ਡਾਕਟਰ ਸਾਹਿਬ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ, ਮਰੀਜ਼ ਨੇ ਕਿਹਾ। ਤੁਸੀਂ ਸਟਾਫ ਨੂੰ ਬਾਹਰ ਘੱਲ ਦਿਓ। ਡਾਕਟਰ ਨੇ ਦੋਵਾਂ ਨਰਸਾਂ ਨੂੰ ਬਾਹਰ ਘੱਲ ਕੇ ਬੂਹਾ ਬੰਦ ਕਰ ਦਿੱਤਾ ਤੇ ਮਰੀਜ਼ ਦੇ ਸਿਰਾਣੇ ਆ ਕੇ ਖਲੋ ਗਿਆ। ਡਾਕਟਰ ਸਾਹਿਬ, ਤੁਹਾਨੂੰ ਤੇ ਮੇਰੀ ਬਿਮਾਰੀ ਤੇ ਮੇਰੀ ਹਾਲਤ ਦਾ ਚੰਗੀ ਤਰ੍ਹਾਂ ਪਤਾ ਹੈ, ਲੇਕਿਨ ਫਿਰ ਵੀ ਮੈਨੂੰ ਪੱਕ ਹੈ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਮੈਂ ਕਿਸ ਅਜ਼ੀਅਤ ਵਿੱਚ ਹਾਂ। ਡਾਕਟਰ ਨੇ ਕੋਈ ਜਵਾਬ ਨਾ ਦਿੱਤਾ। ਡਾਕਟਰ ਸਾਹਿਬ, ਮੈਨੂੰ ਇੰਜ ਲੱਗਦਾ ਹੈ ਜਿਸ ਤਰ੍ਹਾਂ ਮੇਰੀਆਂ ਰਗਾਂ ਵਿੱਚ ਰਤ ਨਹੀਂ, ਬਖ ਦਾ ਲਾਵਾ ਹੋਵੇ। ਮੈਨੂੰ ਇੰਜ ਜਾਪਦਾ ਹੈ ਜਿਸ ਤਰ੍ਹਾਂ ਮੈਨੂੰ ਕਿਸੇ ਨੇ ਡੰਡਿਆਂ ਨਾਲ ਕੁੱਟਿਆ ਹੋਵੇ। ਹਰ ਵੇਲੇ ਮੇਰੇ ਅੰਗ ਵਿੱਚ ਪੀੜਾਂ ਦੇ ਹੜ੍ਹ ਆਏ ਰਹਿੰਦੇ ਨੇ। ਇਹ ਕਹਿ ਕੇ ਮਰੀਜ਼ ਸਾਹ ਲੈਣ ਲਈ ਰੁਕ ਗਿਆ। ਡਾਕਟਰ ਚੁੱਪ-ਚਾਪ ਉਹਦੇ ਵੱਲ ਟੁਕਰ-ਟੁਕਰ ਵੇਖਦਾ ਰਿਹਾ। ਸਾਹ ਲੈ ਕੇ ਮਰੀਜ਼ ਨੇ ਗੱਲ ਟੋਰੀ ਰੱਖੀ। ਸਾਹ ਲੈਣਾ ਤੇ ਮੈਨੂੰ ਲੱਗਦਾ ਏ ਜਿਵੇਂ ਸੜਦਾ ਧੂਆਂ ਮੇਰੇ ਫੇਫੜੇ ਪਿਆ ਸੜਦਾ ਏ। ਨਾ ਮੈਂ ਕੁਝ ਖਾ ਸਕਦਾ, ਨਾ ਪੀ ਸਕਦਾ। ਇਹ ਬੇਸ਼ੁਮਾਰ ਨਾਲੀਆਂ ਮੇਰੇ ਜੁੱਸੇ ਤੇ ਸੂਈਆਂ ਨਾਲ 24 ਘੰਟੇ ਖੁੱਭੀਆਂ ਰਹਿੰਦੀਆਂ ਨੇ। ਨਾ ਮੈਂ ਚੱਲ ਸਕਦਾ, ਨਾ ਬਹਿ ਸਕਦਾ, ਨਾ ਗੁਸਲਖਾਨੇ ਜਾ ਸਕਦਾ। ਇਹ ਕਹਿ ਕੇ ਮਰੀਜ਼ ਨੇ ਫੇਰ ਡਾਕਟਰ ਵੱਲ ਵੇਖਿਆ। ਉਹ ਅਜੇ ਵੀ ਕੁਝ ਨਾ ਬੋਲਿਆ। ਡਾਕਟਰ ਸਾਹਿਬ, ਮੈਂ ਜ਼ਿੰਦਾ ਲਾਸ਼ ਨਹੀਂ, ਇੱਕ ਤੜਫਦੀ ਹੋਈ ਲਾਸ਼ ਹਾਂ। ਮੈਂ ਤਿਲ ਨਹੀਂ ਪਿਆ ਮਰਦਾ, ਤੜਫ ਕੇ ਪਿਆ ਮਰਦਾ। ਮੈਂ ਤੁਹਾਡੇ ਪੈਰੀ ਪੈਣਾ, ਮੈਨੂੰ ਇਸ ਅਜ਼ਾਬ ਜਿਦੜੀ ਤੋਂ ਮੁਕਤੀ ਦਿਵਾਓ। ਡਾਕਟਰ ਹੁਣ ਵੀ ਕੁਝ ਨਾ ਬੋਲਿਆ। ਡਾਕਟਰ ਸਾਹਿਬ, ਮੇਰਾ ਸਾਰਾ ਖਾਨਦਾਨ ਵੀ 2 ਵਰ੍ਹਿਆਂ ਤੋਂ ਇੱਕ ਅਜ਼ਾਬ ਵਿੱਚ ਮੁਬਤਲਾ ਹੈ। ਉਹ ਵਿਚਾਰੇ ਮੇਰੇ ਇਲਾਜ ਉੱਤੇ ਪੈਸੇ ਲਾ ਕੇ ਕਰਜ਼ਿਆਂ ਵਿੱਚ ਡੁੱਬਦੇ ਜਾਂਦੇ ਨੇ। 24 ਘੰਟੇ ਕੋਈ ਨਾ ਕੋਈ ਮੇਰੀ ਲਾਸ਼ ਕੋਲ ਬੈਠਾ ਰਹਿੰਦਾ ਹੈ। ਆਪਣੇ ਕੰਮ ਕਾਜ ਛੱਡ ਕੇ ਮੇਰੇ ਨਾਲ ਸਾਰਾ ਖਾਨਦਾਨ ਵੀ ਤਿਲ ਮਰਦਾ ਰਹਿੰਦਾ ਹੈ। ਡਾਕਟਰ ਕੁਰਸੀ ਖਿੱਚ ਕੇ ਬਹਿ ਗਿਆ। ਉਹਨੇ ਮਰੀਜ਼ ਦਾ ਹੱਥ ਫੜ ਲਿਆ ਤੇ ਸਿਰ ਨਿਵਾ ਲਿਆ। ਕੁਝ ਚਿਰ ਪਿੱਛੋਂ ਉਹਨੇ ਸਿਰ ਚੁੱਕਿਆ ਤੇ ਉਹਦੀਆਂ ਗੱਲਾਂ ਅਥਰੂਆਂ ਨਾਲ ਗਿਲੀਆਂ ਸਨ। ਉਹਨੇ ਮਰੀਜ਼ ਵੱਲ ਵੇਖਿਆ ਤੇ ਉਹਦੇ ਅਥਰੂ ਵੀ ਅੱਖਾਂ ਵਿੱਚੋਂ ਵਗ ਕੇ ਉਹਦੇ ਕੰਨਾਂ ਤੀਕਰ ਅਪੜ ਚੁੱਕੇ ਸਨ। ਡਾਕਟਰ ਨੇ ਮਰੀਜ਼ ਦੇ ਹੱਥ ਨੂੰ ਹੌਲੀ ਜਿਹੀ ਦਬਿਆ। ਮਰੀਜ਼ ਦੇ ਬੁੱਲਾਂ ਤੇ ਇੱਕ ਬਿਮਾਰ ਜੀ ਮੁਸਕਾਨ ਖਿਲਰ ਗਈ। ਮੰਜ਼ਰ ਫੇਰ ਬਦਲ ਗਿਆ। ਡਾਕਟਰ ਦਾ ਦਫ਼ਤਰ ਸੀ, ਇਕੱਲਾ ਬੈਠਾ ਸੀ। ਬੂਹਾ ਖਟਕਿਆ। ਮਰੀਜ਼ ਦਾ ਵੱਡਾ ਪੁੱਤਰ ਸੀ। ਡਾਕਟਰ ਕੋਲ ਬਹਿ ਗਿਆ। ਕਹਿਣ ਲੱਗਾ ਉਹ ਆਪਣੇ ਪਿਓ ਦੀ ਸਿਫਾਰਿਸ਼ ਕਰਨ ਆਇਆ ਸੀ। ਡਾਕਟਰ ਨੇ ਉਹਦੇ ਵੱਲ ਖਾਲੀ ਨਜ਼ਰਾਂ ਨਾਲ ਵੇਖਿਆ। ਅੱਬਾ ਜੀ ਮੈਨੂੰ ਕਈ ਦਿਨਾਂ ਤੋਂ ਕਹਿ ਰਹੇ ਸਨ ਕਿ ਮੈਂ ਤੁਹਾਨੂੰ ਕਹਾਂ, ਪਰ ਮੇਰਾ ਹੌਸਲਾ ਨਹੀਂ ਸੀ ਪੈਂਦਾ। ਪੁੱਤਰ ਜਿਵੇਂ ਡਰ ਕੇ ਗੱਲ ਕਰਦਾ ਸੀ। ਇਸ ਗੱਲ ਦਾ ਹੌਸਲਾ ਨਹੀਂ ਸੀ ਪੈਂਦਾ ਕਿ ਤੁਸੀਂ ਪਤਾ ਨਹੀਂ ਕੀ ਸਮਝੋਗੇ। ਅੱਜ ਅੱਬਾ ਜੀ ਦੱਸਿਆ ਹੈ ਕਿ ਉਹਨਾਂ ਤੁਹਾਡੇ ਨਾਲ ਗੱਲ ਕੀਤੀ ਹੈ। ਇੰਨਾ ਕਹਿ ਕੇ ਉਹ ਚੁੱਪ ਕਰ ਗਿਆ ਤੇ ਡੂੰਘੀਆਂ ਨਜ਼ਰਾਂ ਨਾਲ ਡਾਕਟਰ ਨੂੰ ਫੋਲਣ ਲੱਗ ਪਿਆ। ਉਹਨੂੰ ਡਰ ਸੀ ਜੇ ਅੱਬੇ ਨੇ ਇਹ ਗੱਲ ਡਾਕਟਰ ਨਾਲ ਨਾ ਕੀਤੀ ਹੋਵੇ ਜਾਂ ਡਾਕਟਰ ਦੇ ਪੱਲੇ ਨਾ ਪਈ ਹੋਵੇ ਤੇ ਖਬਰੇ ਡਾਕਟਰ ਸਮਝੇ ਪੁੱਤਰ ਪਿਓ ਨੂੰ ਕਤਲ ਕਰਵਾਉਣਾ ਚਾਹੁੰਦਾ ਹੈ। ਉਹਨਾਂ ਮੈਨੂੰ ਕਿਹਾ ਹੈ ਉਹ ਇਸ ਤਕਲੀਫ ਤੋਂ ਨਜਾਤ ਚਾਹੁੰਦੇ ਨੇ। ਡਾਕਟਰ ਨੇ ਜਦੋਂ ਵੇਖਿਆ ਕਿ ਪੁੱਤਰ ਅੱਗੇ ਗੱਲ ਕਰਨ ਤੋਂ ਪਿਆ ਡਰਦਾ ਹੈ ਤੇ ਉਹਨੇ ਉਹਦੀ ਗੱਲ ਵਧਾਈ। ਤੁਸੀਂ ਆਪ ਹੀ ਕਹਿ ਚੁੱਕੇ ਹੋ ਕਿ ਹੁਣ ਇਲਾਜ ਕੋਈ ਨਹੀਂ। ਪੁੱਤਰ ਨੇ ਡਾਕਟਰ ਦੀ ਗੱਲ ਸੁਣ ਕੇ ਹੌਸਲਾ ਕੀਤਾ। ਅੱਬਾ ਜੀ ਦੀ ਤਕਲੀਫ ਕਿਸੇ ਕੋਲੋਂ ਨਹੀਂ ਵੇਖੀ ਜਾਂਦੀ। ਜੇ ਉਹਨਾਂ ਮਰਨਾ ਹੀ ਹੈ ਤੇ ਜਿਉਣਾ ਜਿੰਨਾ ਵੀ ਚਿਰ ਹੈ ਇਸੇ ਤਰ੍ਹਾਂ ਅਜ਼ੀਅਤ ਵਿੱਚ ਹੀ ਹੈ ਤੇ ਫੇਰ ਪੁੱਤਰ ਬੋਲਦੇ ਰੁਕ ਗਿਆ। ਪਿਓ ਨੂੰ ਮਾਰਨ ਦਾ ਕਹਿਣ ਦਾ ਹੌਸਲਾ ਨਹੀਂ ਸੀ ਪੈ ਰਿਹਾ।
ਜਿਸ ਤਰ੍ਹਾਂ ਤੁਸੀਂ ਬਿਹਤਰ ਸਮਝੋ ਡਾਕਟਰ ਸਾਹਿਬ, ਅਸੀਂ ਬਸ ਅੱਬਾ ਜੀ ਨੂੰ ਹੁਣ ਹੋਰ ਤਕਲੀਫ ਵਿੱਚ ਨਹੀਂ ਵੇਖ ਸਕਦੇ। ਗੱਲ ਮੁਕਾ ਕੇ ਪੁੱਤਰ ਨੇ ਡਾਕਟਰ ਵੱਲ ਵੇਖਿਆ। ਡਾਕਟਰ ਦਾ ਮੂੰਹ ਹਰ ਤਰ੍ਹਾਂ ਦੇ ਤਾਸੁਰਾਤ ਤੋਂ ਖਾਲੀ ਸੀ। ਪੁੱਤਰ ਚੁੱਪ ਕਰਕੇ ਟੁਰ ਗਿਆ। ਕੁਝ ਚਿਰ ਬਾਅਦ ਨਰਸ ਅੰਦਰ ਆਈ। ਅਗਲੇ ਮਹੀਨੇ ਉਹਦੀ ਰਿਟਾਇਰਮੈਂਟ ਸੀ। ਉਹ ਇੱਕ ਟੀਕਾ ਲੈਣ ਆਈ ਸੀ। ਡਾਕਟਰ ਨੇ ਉਹਨੂੰ ਰੋਕ ਲਿਆ। ਸਟਾਫ, ਤੁਹਾਡੇ ਨਾਲ ਇੱਕ ਗੱਲ ਡਿਸਕਸ ਕਰਨੀ ਹੈ। ਨਰਸ ਨੇ ਆਵਾਜ਼ ਦੇ ਕੇ ਜੂਨੀਅਰ ਨਰਸ ਨੂੰ ਟੀਕਾ ਫੜਾਇਆ ਤੇ ਡਾਕਟਰ ਦੇ ਸਾਹਮਣੇ ਵਾਲੀ ਕੁਰਸੀ ਤੇ ਬਹਿ ਗਈ। ਮੇਰੇ ਡਾਕਟਰੀ ਪਾਸ ਕਰਨ ਦੇ ਤੀਜੇ ਵਰੇ ਹੀ ਮੇਰੇ ਪਿਓ ਨੂੰ ਕੈਂਸਰ ਹੋ ਗਿਆ ਸੀ। 3 ਵਰੇ ਬਾਅਦ ਉਹ ਮਰ ਵੀ ਗਿਆ ਸੀ। ਸਿਸਕ ਕੇ ਮੇਰੀਆਂ ਅੱਖਾਂ ਦੇ ਸਾਹਮਣੇ। ਡਾਕਟਰ ਨੇ ਅੱਗਾ ਪਿੱਛਾ ਦੱਸੇ ਬਗੈਰ ਹੀ ਗੱਲ ਸ਼ੁਰੂ ਕਰ ਦਿੱਤੀ। ਮੈਨੂੰ ਅਫਸੋਸ ਹੈ ਡਾਕਟਰ ਸਾਹਿਬ, ਨਰਸ ਨੇ ਉਸ ਖਲਾ ਨੂੰ ਪੁਰ ਕੀਤਾ ਜਿਹੜਾ ਡਾਕਟਰ ਦੇ ਚੁੱਪ ਕਰ ਜਾਣ ਨਾਲ ਬਣ ਗਿਆ ਸੀ। ਜਦੋਂ ਅਖੀਰਲੀ ਵੇਲੇ ਮੇਰਾ ਪਿਓ ਤੜਫ ਕੇ ਪਿਆ ਮਰਦਾ ਸੀ ਤੇ ਮੇਰੇ ਦਿਲ ਵਿੱਚ ਕਈ ਵਾਰੀ ਖਿਆਲ ਆਇਆ ਕਿ ਮੈਂ ਪਿਓ ਨੂੰ ਜ਼ਹਿਰ ਦਾ ਟੀਕਾ ਲਾ ਦਿਆਂ। ਮੇਰੇ ਕੋਲੋਂ ਆਪਣੇ ਪਿਓ ਦੀ ਤਕਲੀਫ ਵੇਖੀ ਨਹੀਂ ਸੀ ਜਾਂਦੀ, ਪਰ ਉਸ ਵੇਲੇ ਮੈਂ ਨਿੱਕਾ ਸਾਂ। ਡਾਕਟਰੀ ਦਾ ਵੀ ਕੋਈ ਜ਼ਿਆਦਾ ਤਜਰਬਾ ਨਹੀਂ ਸੀ। ਮੇਰਾ ਹੌਸਲਾ ਨਹੀਂ ਪਿਆ ਤੇ ਮੇਰਾ ਪਿਓ 2 ਮਹੀਨੇ ਮੇਰੇ ਹੱਥਾਂ ਵਿੱਚ ਤੜਫ ਕੇ ਮੇਰੇ ਕੋਲੋਂ ਮੌਤ ਮੰਗਦਾ ਰਿਹਾ। ਮੈਂ ਉਹਨੂੰ ਜੀਵਨ ਜਾਂ ਸਿਹਤ ਟਿਕੇ ਦੇਣੀ ਸੀ, ਆਰਾਮ ਦੀ ਮੌਤ ਵੀ ਨਹੀਂ ਦੇ ਸਕਿਆ। ਉਹ ਫੇਰ ਚੁੱਪ ਕਰ ਗਿਆ। ਲੋਕਾਂ ਨੂੰ ਅੰਦਾਜ਼ਾ ਨਹੀਂ, ਨਰਸ ਬੋਲੀ, ਕਿ ਤਕਲੀਫ ਦੀ ਮੌਤ ਕਿੰਨੀ ਖੌਫਨਾਕ ਸ਼ੈ ਵੇ। ਕੋਈ ਵੀ ਮੌਤ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕਣਾ ਨਹੀਂ ਚਾਹੁੰਦਾ। ਹਰ ਕਿਸੇ ਨੂੰ ਡਰ ਹੈ ਜੇ ਮੇਰੇ ਕੋਲੋਂ ਗਲਤੀ ਹੋ ਗਈ ਤੇ ਮੈਂ ਕੀ ਜਵਾਬ ਦਿਆਂਗਾ। ਆਪਣੀ ਗਲਤੀ ਦਾ ਭਾਰ ਚੁੱਕਣ ਦੇ ਡਰ ਤੋਂ ਅਸੀਂ ਲੋਕਾਂ ਨੂੰ ਤੜਫਾ ਕੇ ਪਏ ਮਾਰਨੇ ਆ। ਉਹ 5 ਨੰਬਰ ਕਮਰੇ ਵਾਲਾ ਮਰੀਜ਼ ਕੱਲ ਡਿਸਚਾਰਜ ਹੋ ਰਿਹਾ ਹੈ। ਕੁਝ ਚਿਰ ਚੁੱਪ ਰਹਿ ਕੇ ਡਾਕਟਰ ਬੋਲਿਆ, ਉਹ ਹੋਰ ਤੜਫਣਾ ਨਹੀਂ ਚਾਹੁੰਦਾ। ਉਹਦਾ ਪੁੱਤਰ ਵੀ ਮੇਰੇ ਕੋਲ ਆਇਆ ਸੀ, ਉਹ ਵੀ ਇਹੋ ਚਾਹੁੰਦਾ ਹੈ। ਨਰਸ ਨੇ ਹੌਲੀ ਜੀ ਸਿਰ ਹਿਲਾਇਆ, ਬੋਲੀ ਕੁਝ ਨਾ। ਡਾਕਟਰ ਨੇ ਆਪਣੇ ਮੇਜ਼ ਦੇ ਦਰਾਜ਼ ਵਿੱਚੋਂ ਕੱਢ ਕੇ 3 ਚਾਬੀਆਂ ਇੱਕ ਨਿੱਕਾ ਜਿਹਾ ਗੁੱਛਾ ਮੇਜ਼ ਤੇ ਰੱਖ ਦਿੱਤਾ। ਨਰਸ ਨੇ ਉਹ ਚੁੱਕਿਆ, ਸਾਹਮਣੇ ਅਲਮਾਰੀ ਦਾ ਤਾਲਾ ਖੋਲ ਕੇ ਇੱਕ ਟੀਕਾ ਬਣਾਇਆ ਤੇ ਤਾਲਾ ਬੰਦ ਕਰਕੇ ਚਾਬੀਆਂ ਤੇ ਟੀਕਾ ਮੇਜ਼ ਤੇ ਰੱਖ ਕੇ ਚਲੀ ਗਈ। ਡਾਕਟਰ ਵਾਹ ਚਿਰ ਚਾਬੀਆਂ ਤੇ ਟੀਕੇ ਨੂੰ ਟੁਕਰ ਵੇਖਦਾ ਰਿਹਾ। ਮੰਜ਼ਰ ਫੇਰ ਬਦਲ ਗਿਆ। ਵੇਲਾ ਟੁਰ ਪਿਆ ਤੇ ਅਮਜਦ ਵੀ ਮੋਟਰਸਾਈਕਲ ਤੇ ਫੇਰ ਅੰਨੀ ਚਮਗਾਦੜ ਵਾਂਗ ਲਹਿਰਾਣਾ ਸ਼ੁਰੂ ਕਰ ਦਿੱਤਾ। ਡਾਕਟਰ ਦੇ ਸੱਜਾ ਤੇ ਖੱਬਾ ਜਾ ਚੁੱਕੇ ਸਨ। ਇਹਨਾਂ ਚਾਰਾਂ ਨੇ ਰਲ ਮਿਲ ਕੇ ਮੇਰੇ ਪਿੱਛੋਂ ਹੀ ਕੋਈ ਫੈਸਲਾ ਕਰ ਲਿਆ ਸੀ। ਪਹਿਲਾਂ ਮੈਂ ਪੁੱਛਣ ਲੱਗਾ ਕਿ ਡਾਕਟਰ ਦਾ ਕਤਲ ਕਿਸ ਖਾਤੇ ਵਿੱਚ ਪਾਇਆ ਹੈ, ਕਤਲੇ ਰਹਿਮ? ਫਿਰ ਮੈਂ ਨਾ ਪੁੱਛਿਆ। ਮਰਨ ਪਿੱਛੋਂ ਕੁਝ ਅਜੀਬ ਜਿਹਾ ਪਿਆ ਲੱਗਦਾ ਸੀ। ਸ਼ੈਵਾਂ ਵੱਖਰੀਆਂ ਜਿਹੀਆਂ ਪਈਆਂ ਦਿਸਦੀਆਂ ਸਨ। ਜਦੋਂ ਜਿਉਂਦਾ ਸਾਂ ਤੇ ਹਰ ਸ਼ੈ ਸਾਫ਼ ਦਿਸਦੀ ਸੀ, ਜਾਂ ਸ਼ਾਹ ਕਾਲੀ ਤੇ ਜਾਂ ਚਿੱਟੀ ਸਫੈਦ। ਪਰ ਹੁਣ ਇਹ ਵੰਡ ਇੰਨੀ ਸਾਫ਼ ਨਹੀਂ ਸੀ ਰਹਿ ਗਈ, ਗਦੜੀ ਹੁੰਦੀ ਜਾਂਦੀ ਸੀ। ਕਾਲੇ ਤੇ ਸਫੈਦ ਤੇ ਕੰਢਿਆਂ ਤੇ ਹੀ ਰਹਿ ਗਏ ਸਨ। ਵਿਚਕਾਰ ਦਾ ਸਾਰਾ ਹਿੱਸਾ ਸਲੇਟੀ ਰੰਗ ਦੇ ਬਹੁਤ ਸਾਰੇ ਅੰਗਾਂ ਨਾਲ ਭਰ ਗਿਆ ਸੀ। ਪਤਾ ਨਹੀਂ ਸੀ ਲੱਗਦਾ ਕਿ ਸਲੇਟੀ ਵਿੱਚ ਕਾਲਾ ਜ਼ਿਆਦਾ ਹੈ ਜਾਂ ਸਫੈਦ, ਪਰ ਹੈਗੇ ਦੋਵੇਂ ਰੰਗ ਹੀ ਸਨ। ਕਿਸੇ ਸ਼ੈ ਦਾ ਵੀ ਠੀਕ ਜਾਂ ਗਲਤ ਹੋਣ ਦਾ ਪੱਕ ਹੌਲੀ ਕੱਚਾ ਪਿਆ ਹੁੰਦਾ ਸੀ। ਕੁਝ ਸ਼ੈਵਾਂ ਜਿਹੜੀਆਂ ਜਿਉਂਦੇ ਬਿਲਕੁਲ ਗਲਤ ਜਾਪਦੀਆਂ ਸਨ, ਹੁਣ ਦਿਮਾਗਾਂ ਵਿੱਚ ਝਾਤੀਆਂ ਮਾਰ ਕੇ ਵੇਖਦਾ ਸਾਂ ਤੇ ਬੰਦਿਆਂ ਦੀਆਂ ਨੀਤਾਂ ਬਾਹਰੋਂ ਚੰਗੀਆਂ ਲੱਗਦੀਆਂ ਸਨ, ਤੇ ਕੁਝ ਸ਼ੈਵਾਂ ਜਿਹੜੀਆਂ ਪਹਿਲਾਂ ਚੰਗੀਆਂ ਲੱਗਦੀਆਂ ਹੁੰਦੀਆਂ ਸਨ, ਹੁਣ ਬੰਦਿਆਂ ਦੇ ਹਾਲਾਤ ਨਾਲ ਰਲਾ ਕੇ ਵੇਖਦਾ ਸਾਂ ਤੇ ਬਹੁ ਭੈੜੀਆਂ ਜਾਪਦੀਆਂ ਸਨ। ਹੁਣ ਮੈਨੂੰ ਡਰ ਪਿਆ ਲੱਗਦਾ ਸੀ ਕਿ ਦਿਮਾਗ ਬੰਦ ਕਰਕੇ ਜੀਵਨ ਗੁਜ਼ਾਰ ਆਇਆ ਵਾਂ। ਖਬਰੇ ਉੱਤੇ ਜਾ ਕੇ ਕੀ ਜਵਾਬ ਦਿਆਂਗਾ। ਆਪਣੀ ਸਮਝ ਨਾਲ ਕੰਮ ਲੈ ਕੇ ਤੇ ਮੈਂ ਕਦੀ ਕੋਈ ਫੈਸਲਾ ਕੀਤਾ ਹੀ ਨਹੀਂ ਸੀ। ਹਮੇਸ਼ਾ ਮੈਂ ਸਭ ਦੇ ਨਾਲ ਹੀ ਟੁਰਿਆ ਸਾਂ, ਸਭ ਦੀ ਹਾਂ ਵਿੱਚ ਹਾਂ ਰਲਾਈ ਸੀ ਤੇ ਇਸ ਗੱਲ ਤੇ ਹਮੇਸ਼ਾ ਵੱਡਾ ਮਾਣ ਵੀ ਕੀਤਾ ਸੀ। ਪਰ ਜੇ ਰੱਬ ਨੇ ਉੱਤੇ ਪੁੱਛ ਲਿਆ ਕਿ ਤੇਰੇ ਤੇ ਇੱਕ ਚੂਹੇ ਵਿੱਚ ਕੀ ਫਰਕ ਹੈ, ਤੇ ਫੇਰ ਕੀ ਕਵਾਂਗਾ? ਇਹ ਚੂਹੇ ਵਾਲੀ ਗੱਲ ਮੈਨੂੰ ਇੱਕ ਵਾਰੀ ਇੱਕ ਵਕੀਲ ਸਾਹਿਬ ਨੇ ਕਹੀ ਸੀ। ਉਸ ਵੇਲੇ ਮੈਨੂੰ ਲੱਗੀ ਤੇ ਡਾਢੀ ਅਜੀਬ ਸੀ, ਪਰ ਮੈਂ ਕਦੀ ਗੱਲ ਨੂੰ ਪੱਲੇ ਨਹੀਂ ਸੀ ਬੰਨਿਆ। ਮਹਿਕਮੇ ਦਾ ਕੋਈ ਕੇਸ ਸੀ ਤੇ ਮੈਂ ਕੁਝ ਕਾਗਜ਼ਾਤ ਦੇਣ ਵਕੀਲ ਸਾਹਿਬ ਕੋਲ ਗਿਆ। ਉਹ ਕੋਈ ਪੜ੍ਹੇ ਲਿਖੇ ਜਿਹੇ ਲੱਗਦੇ ਸਨ। ਸਗੋਂ ਮੈਨੂੰ ਤੇ ਉਸ ਵੇਲੇ ਕੁਝ ਸ਼ੱਕ ਜਿਹਾ ਹੀ ਪਿਆ ਸੀ ਕਿ ਮੁਰਤਦ ਮਰਦੂਦ ਜਿਹੇ ਹੀ ਸਨ। ਖੈਰ, ਹੋਰ ਵੀ ਲੋਕੀ ਬੈਠੇ ਸਨ ਉਹਨਾਂ ਕੋਲ, ਤੇ ਗੱਲਾਂ ਕਰਦੇ ਇਹੋ ਗੱਲ ਟੁਰ ਪਈ ਕਿ ਬੰਦੇ ਨੂੰ ਆਪਣੀ ਅਕਲ ਨਾਲ ਕੰਮ ਲੈਣਾ ਚਾਹੀਦਾ ਹੈ ਜਾਂ ਸਮਾਜ ਵਿੱਚ ਜੋ ਰਾਏ ਜੇ ਉਹਦੇ ਮੁਤਾਬਕ ਚੱਲਣਾ ਚਾਹੀਦਾ ਹੈ। ਗੱਲ ਮਜ਼ਹਬ ਦੀ ਨਹੀਂ ਸੀ ਹੋ ਰਹੀ, ਸਮਾਜ ਦੀ ਹੋ ਰਹੀ ਸੀ। ਪਰ ਮੇਰੇ ਮੂੰਹੋਂ ਖਬਰੇ ਕਿਉਂ ਨਿਕਲ ਗਿਆ ਕਿ ਮੌਲਵੀ ਸਾਹਿਬ ਜੋ ਕਹਿੰਦੇ ਨੇ ਉਹੀ ਕਰਨਾ ਚਾਹੀਦਾ ਹੈ। ਵਕੀਲ ਸਾਹਿਬ ਨੇ ਇਹ ਸੁਣ ਕੇ ਮੂੰਹ ਮੇਰੇ ਵੱਲ ਸਿੱਧਾ ਕਰ ਲਿਆ। ਤਾਰਫ ਪਹਿਲੇ ਹੀ ਹੋ ਚੁੱਕਿਆ ਸੀ, ਇਸ ਲਈ ਉਹਨਾਂ ਨੂੰ ਪਤਾ ਸੀ ਕਿ ਮੈਂ ਸਕੂਲੇ ਪੜ੍ਹਾਉਂਦਾ ਸਾਂ ਤੇ MA ਤਾਰੀਖ ਪਾਸ ਸਾਂ। 2 ਮਿੰਟ ਮੇਰੇ ਵੱਲ ਵੇਖਦੇ ਰਹੇ, ਫੇਰ ਕਹਿਣ ਲੱਗੇ, ਰੱਬ ਪੁੱਛੇਗਾ ਕਿ ਇਹ ਕਿਉਂ ਕੀਤਾ, ਉਹ ਕਿਉਂ ਕੀਤਾ, ਤੇ ਕੀ ਜਵਾਬ ਦੇਵੇਗਾ? ਇਸ ਲਈ ਕੀਤਾ ਕਿ ਮੌਲਵੀ ਸਾਹਿਬ ਕਹਿੰਦੇ ਸਨ। ਜੀ ਬਿਲਕੁਲ,
ਮੈਂ ਵਾਹ ਇਤਮਾਦ ਨਾਲ ਕਿਹਾ, ਮੌਲਵੀ ਸਾਹਿਬ ਵੱਡੇ ਬਜ਼ੁਰਗਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਨੇ, ਮੈਨੂੰ ਉਹਨਾਂ ਦੇ ਇਲਮ ਤੇ ਲਿਆਕਤ ਉੱਤੇ ਪੂਰਾ ਭਰੋਸਾ ਹੈ। ਵਕੀਲ ਸਾਹਿਬ ਮੇਰੇ ਵੱਲ 2 ਮਿੰਟ ਚੁੱਪ ਕਰਕੇ ਵੇਖਦੇ ਰਹੇ, ਫੇਰ ਬੋਲੇ, ਫਰਜ਼ ਕਰੋ ਮੈਂ ਸਿਵਲ ਜੱਜ 3rd ਕਲਾਸ ਕੋਲ ਇੱਕ ਮੁਕੱਦਮਾ ਦਾਇਰ ਕਰਦਾ। ਉਹ ਮੇਰੇ ਕੋਲੋਂ ਪੁੱਛਦਾ ਹੈ ਕਿ ਇਹ ਮੁਕੱਦਮਾ ਕਿਸ ਤਰ੍ਹਾਂ ਬਣਦਾ ਹੈ। ਮੈਂ ਉਹਨੂੰ ਕਹਿਣਾ ਵਾਂ ਕਿ ਫਲਾਣੇ ਕਾਨੂੰਨ ਦੇ ਤਹਿਤ ਤੇ ਅਦਾਲਤਾਂ ਦੇ ਫਲਾਣੇ ਫੈਸਲੇ ਬਾਰੇ ਇਹ ਮੁਕੱਦਮਾ ਬਣਦਾ ਹੈ। ਫਰਜ਼ ਕਰੋ ਕਿ ਉਹ ਮੇਰੀ ਗੱਲ ਨਾਲ ਸਹਿਮਤ ਨਹੀਂ ਹੁੰਦਾ, ਤੇ ਉਹ ਕੀ ਕਰੇਗਾ? ਉਹ ਮੇਰਾ ਮੁਕੱਦਮਾ ਖਾਰਜ ਕਰ ਦੇਵੇਗਾ। ਤੇ ਬਸ ਇਹ ਕਹਿ ਕੇ ਵਕੀਲ ਸਾਹਿਬ ਮੇਰੀਆਂ ਅੱਖਾਂ ਵਿੱਚ ਡੂੰਘੀਆਂ ਨਜ਼ਰਾਂ ਨਾਲ ਝਾਂਕਿਆ। ਮੈਂ ਚੁੱਪ ਰਿਹਾ। ਅਜੇ ਤੀਕਰ ਗੱਲ ਕੁਝ ਮੇਰੇ ਪੱਲੇ ਨਹੀਂ ਸੀ ਪਈ ਕਿ ਉਹ ਕਹਿਣਾ ਕੀ ਚਾਹ ਰਹੇ ਸਨ। ਮੈਨੂੰ ਚੁੱਪ ਵੇਖ ਕੇ ਉਹਨਾਂ ਗੱਲ ਟੋਰੀ। ਹੁਣ ਫਰਜ਼ ਕਰੋ ਮੈਂ ਜੱਜ ਨੂੰ ਕਾਨੂੰਨ ਦੱਸਣ ਦੀ ਥਾਂ ਇਹ ਕਹਾਂ ਕਿ ਇਹ ਮੁਕੱਦਮਾ ਇਸ ਲਈ ਬਣਦਾ ਹੈ ਕਿ ਮੈਂ ਫਲਾਣੇ ਵੱਡੇ ਵਕੀਲਾਂ ਕੋਲੋਂ ਪੁੱਛਿਆ ਸੀ ਤੇ ਉਹਨਾਂ ਕਿਹਾ ਹੈ ਕਿ ਮੁਕੱਦਮਾ ਬਣਦਾ ਹੈ, ਤੇ ਫੇਰ ਜੱਜ ਕੀ ਕਰੇਗਾ? ਗੱਲ ਕੁਝ ਹੁਣ ਮੇਰੇ ਪੱਲੇ ਪੈਣ ਲੱਗ ਪਈ ਸੀ, ਪਰ ਮੈਂ ਚੁੱਪ ਹੀ ਰਿਹਾ। ਵਕੀਲ ਸਾਹਿਬ ਫੇਰ ਬੋਲੇ, ਇਸ ਗੱਲ ਤੇ ਜੱਜ ਮੇਰਾ ਮੁਕੱਦਮਾ ਖਾਰਜ ਵੀ ਕਰੇਗਾ ਤੇ ਮੇਰਾ ਵਕਾਲਤ ਵਾਲਾ ਲਾਇਸੈਂਸ ਵੀ ਮਨਸੂਖ ਕਰ ਦੇਵੇਗਾ। ਕਹੇਗਾ ਪੁੱਛਾ ਕਿਤੇ ਕੋਈ ਵੀ ਆ ਕੇ ਕਹਿ ਸਕਦਾ ਹੈ ਕਿ ਮੁਕੱਦਮਾ ਬਣਦਾ ਹੈ। ਜੇ ਤੂੰ ਵੀ ਪੁੱਛਾ ਕੀ ਕੰਮ ਕਰਨਾ ਹੈ ਤੇ ਫਿਰ ਤੈਨੂੰ ਵਕੀਲ ਕਿਉਂ ਬਣਾਈਏ? ਉਹਨਾਂ ਫੇਰ ਮੇਰੇ ਵੱਲ ਵੇਖਿਆ। ਮੈਂ ਹੁਣ ਵੀ ਚੁੱਪ ਹੀ ਰਿਹਾ। ਉਹ ਫੇਰ ਬੋਲੇ, ਜਦ ਮੈਂ ਆਪਣੀ ਅਕਲ ਇਸਤੇਮਾਲ ਕਰਿਆ ਬਿਨਾਂ ਇੱਕ ਸਿਵਲ ਜੱਜ 3rd ਕਲਾਸ ਦੇ ਸਾਹਮਣੇ ਵੀ ਨਹੀਂ ਖਲੋ ਸਕਦਾ ਤੇ ਰੱਬ ਸਾਹਮਣੇ ਕਿਸ ਤਰ੍ਹਾਂ ਖਲੋਵਾਂਗਾ? ਉਹ ਮੈਨੂੰ ਇਹ ਨਹੀਂ ਪੁੱਛੇਗਾ ਕਿ ਇੱਕ ਚੂਹਾ ਵੀ ਉਹੀ ਕਰਦਾ ਹੈ ਜਿਹੜਾ ਉਹ ਵੇਖਦਾ ਹੈ ਕਿ ਉਹਦੇ ਆਲੇ ਦੁਆਲੇ ਹੋਰ ਚੂਹੇ ਪੈ ਕਰਦੇ ਨੇ। ਫਿਰ ਚੰਗਾ ਨਾ ਹੁੰਦਾ ਕਿ ਮੈਂ ਤੈਨੂੰ ਚੂਹਾ ਹੀ ਬਣਾ ਦਿੰਦਾ। ਤੂੰ ਹਿਸਾਬ ਦੇ ਕਿ ਮੈਂ ਜੋ ਤੈਨੂੰ ਅਸ਼ਰਫੁਲ ਮਖਲੂਕਾਤ ਬਣਾਇਆ, ਸੋਚਣ ਸਮਝਣ ਵਾਲਾ ਇੰਨਾ ਵਧੀਆ ਦਿਮਾਗ ਦਿੱਤਾ, ਤੂੰ ਇਹਦੇ ਤੋਂ ਕੀ ਖਟਿਆ ਤੇ ਮੈਂ ਰੱਬ ਨੂੰ ਕੀ ਜਵਾਬ ਦੇਵਾਂਗਾ? ਇਸ ਵਾਰੀ ਵਕੀਲ ਸਾਹਿਬ ਨੇ ਮੇਰੇ ਵੱਲ ਵੇਖਣਾ ਸ਼ੁਰੂ ਕੀਤਾ ਤੇ ਵੇਖੀ ਗਏ, ਬੋਲੇ ਕੁਝ ਨਾ। ਹੁਣ ਮੈਨੂੰ ਕੁਝ ਬੋਲਣਾ ਹੀ ਸੀ। ਮੈਂ ਉਹਨਾਂ ਦੀ ਗੱਲ ਤੋਲੀ। ਗੱਲ ਵਿੱਚ ਵਜ਼ਨ ਸੀ, ਪਰ ਇਹ ਕਿਸ ਤਰ੍ਹਾਂ ਹੋ ਸਕਦਾ ਸੀ ਕਿ ਮੈਂ ਆਪਣੀ ਜੰਨਤ ਹੀ ਆਪਣੀ ਮਾੜੀ ਜਿੰਨੀ ਅਕਲ ਉੱਤੇ ਦਾਅ ਤੇ ਲਾ ਦੇਵਾਂ? ਬੰਦਾ ਬਸ਼ਰ ਹੈ, ਹਰ ਵੇਲੇ ਗਲਤੀ ਕਰਦਾ ਹੈ, ਗਲਤੀ ਉੱਤੇ ਗਲਤੀ ਕਰਦਾ ਹੈ। ਵੱਡਿਆਂ ਕੋਲੋਂ ਸਲਾਹ ਲੈਣਾ ਤੇ ਸਭ ਤੋਂ ਚੰਗਾ ਕੰਮ ਹੈ। ਵੱਡੇ ਹਮੇਸ਼ਾ ਨਿੱਕਿਆਂ ਨੂੰ ਸਿੱਧੀ ਰਾਹ ਵਿਖਾਉਂਦੇ ਨੇ ਤੇ ਆਪਣੀ ਅਕਲ ਇਸਤੇਮਾਲ ਕਰਕੇ ਜ਼ਰੂਰ ਬੰਦੇ ਨੇ ਜਹੰਨਮ ਵਾਸਲ ਹੋਣਾ ਹੈ। ਉਂਝ ਤੇ ਵਕੀਲ ਸਾਹਿਬ ਨਾਲ ਬਹਿਸ ਦੇ ਵੀ ਮੈਨੂੰ ਡਰ ਹੀ ਪਿਆ ਲੱਗਦਾ ਸੀ, ਪਰ ਇਹ ਤੇ ਈਮਾਨ ਦਾ ਮਸਲਾ ਸੀ, ਚੁੱਪ ਨਹੀਂ ਸੀ ਰਿਹਾ ਜਾ ਸਕਦਾ। ਮੈਂ ਡਰਦੇ ਕਿਹਾ, ਪਰ ਵਕੀਲ ਸਾਹਿਬ ਵੇਖੋ ਨਾ, ਬੰਦਾ ਤੇ ਗਲਤੀ ਦਾ ਪੁਤਲਾ ਹੈ, ਗਲਤੀ ਕਰ ਬੈਠੀਏ ਤੇ ਰੱਬ ਨਾਰਾਜ਼ ਹੋ ਜਾਵੇਗਾ। ਵਕੀਲ ਸਾਹਿਬ ਮੁਸਕਾਏ। ਹੁਣ ਫਰਜ਼ ਕਰੋ ਤੁਸੀਂ ਆਪਣੇ 2 ਨਿੱਕੇ ਬਾਲਾਂ ਨਾਲ ਲੁਕਣ ਮਿੱਟੀ 'ਤੇ ਖੇਡਦੇ ਹੋ। ਇੱਕ ਬਾਲ ਤੁਹਾਨੂੰ ਲੱਭਣ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਲੈ ਰਿਹਾ, ਪਰ ਕਿਸੇ ਵੀ ਵਜ੍ਹਾ ਤੋਂ ਉਹ ਤੁਹਾਡੇ ਵੱਲ ਹੀ ਆ ਰਿਹਾ ਹੈ, ਤੇ ਦੂਜਾ ਬਾਲ ਤੁਹਾਨੂੰ ਲੱਭਣ ਦੀ ਸਿਰ ਤੋੜ ਕੋਸ਼ਿਸ਼ਾਂ ਪਿਆ ਕਰਦਾ ਹੈ, ਪਰ ਬਾਲ ਇਹ ਤੁਹਾਡੇ ਕੋਲੋਂ ਦੂਰ ਹੀ ਹੋਈ ਜਾਂਦਾ ਹੈ। ਦੱਸੋ ਤੁਹਾਨੂੰ ਕਿਸ ਬਾਲ ਤੇ ਬਹੁਤਾ ਪਿਆਰ ਆਵੇਗਾ? ਮੈਂ ਉਸ ਵੇਲੇ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਦਿੱਤਾ। ਚੁੱਪ ਕਰਕੇ ਉਹਨਾਂ ਨੂੰ ਕਾਗਜ਼ਾਤ ਫੜਾ ਕੇ ਉਠਾਇਆ ਸਾਂ। ਹੁਣ ਇਹ ਚੂਹੇ ਵਾਲੀ ਗੱਲ ਬਾਰੇ ਸੋਚਦੇ ਮੈਨੂੰ ਜਾਪਿਆ ਕਿ ਮੇਰੀ ਜ਼ਿੰਦਗੀ ਅਸਲੋਂ ਇੱਕ ਚੂਹੇ ਵਾਲੀ ਜ਼ਿੰਦਗੀ ਸੀ, ਸਗੋਂ ਇਸ ਤੋਂ ਵੀ ਥੱਲੜੇ ਦਰਜੇ ਦੀ। ਕਿਉਂ ਜੇ ਮੈਂ ਆਪਣੇ ਸਮਾਜ ਦੇ ਕਹਿਣ ਤੇ ਜੀਵਨ ਬਿਤਾ ਤੇ ਦਿੱਤਾ ਸੀ, ਪਰ ਮੈਨੂੰ ਜਿਉਂਦੇ ਕਦੀ ਸਮਝ ਨਹੀਂ ਸੀ ਆਈ, ਨਾ ਜੀਵਨ ਦੀ, ਨਾ ਸਮਾਜ ਦੀ, ਤੇ ਨਾ ਹੀ ਆਪਣੀ ਬੇਬੇ ਦੀ। ਜਦੋਂ ਮੇਰੀ ਦਾਦੀ ਮਰੀ ਸੀ ਤੇ ਮੇਰੀ ਬੇਬੇ ਬਿਲਕ ਕੇ ਰੋਈ ਸੀ। ਮੈਂ ਸਕੂਲੇ ਪੜ੍ਹਨਾ ਸਾਂ। ਮੈਨੂੰ ਦਾਦੀ ਦੇ ਮਰਨ ਦਾ ਇੰਨਾ ਝਟਕਾ ਨਹੀਂ ਸੀ ਲੱਗਿਆ ਜਿੰਨਾ ਬੇਬੇ ਦੇ ਉਸ ਤਰ੍ਹਾਂ ਬਿਲਕ ਕੇ ਰੋਣ ਦਾ ਲੱਗਿਆ ਸੀ। ਮੇਰਾ ਖਿਆਲ ਸੀ ਦਾਦੀ ਦੇ ਮਰਨ ਤੇ ਬੇਬੇ ਬਹੁਤ ਖੁਸ਼ ਹੋਵੇਗੀ, ਕਿਉਂ ਜੋ ਹਰ ਵੇਲੇ ਦਾਦੀ ਨੂੰ ਬੋਲਦੀ ਰਹਿੰਦੀ ਸੀ। ਇਹ ਗੱਲ ਮੈਨੂੰ ਵੱਡੇ ਹੋ ਕੇ ਸਮਝ ਆਈ ਕਿ ਬੋਲਦੀ ਤੇ ਰਹਿੰਦੀ ਸੀ, ਪਰ ਉਹਦਾ ਹਰ ਕੰਮ ਵੀ ਵੇਲੇ ਸਿਰ ਕਰਦੀ ਸੀ। ਦਾਦੀ ਬਿਮਾਰ ਸੀ, ਟੁਰ ਫਿਰ ਨਹੀਂ ਸੀ ਸਕਦੀ। ਬੇਬੇ ਉਹਦਾ ਹਰ ਕੰਮ ਕਰਦੀ ਸੀ ਆਪਣੇ ਹੱਥੀਂ। ਸਾਨੂੰ ਉਹਦਾ ਕੋਈ ਕੰਮ ਕਰਨ ਦਾ ਕਦੀ ਨਹੀਂ ਸੀ ਕਹਿੰਦੀ। ਇਹ ਗੱਲ ਅਸੀਂ ਕਦੀ ਨੋਟ ਨਹੀਂ ਸੀ ਕੀਤੀ। ਸਾਨੂੰ ਬਸ ਉਹਦੀਆਂ ਦਾਦੀ ਨੂੰ ਸਾੜਨੀਆਂ ਹੀ ਚੇਤੇ ਰਹਿੰਦੀਆਂ ਸਨ। ਇਹ ਵੀ ਨਹੀਂ ਸੀ ਚੇਤੇ ਰਹਿੰਦਾ ਕਿ ਜਦੋਂ ਤੀਕਰ ਦਾਦੀ ਜਿਉਂਦੀ ਰਹੀ, ਬੇਬੇ ਰੋਟੀ ਸਾਡੇ ਨਾਲ ਨਹੀਂ ਦਾਦੀ ਨਾਲ ਖਾਂਦੀ ਸੀ। ਵੱਡੇ ਹੋ ਕੇ ਗੱਲ ਸਮਝ ਆਉਣ ਲੱਗੀ ਸੀ। ਦਾਦੀ ਕਦੀ ਅੱਗੋਂ ਬੇਬੇ ਨੂੰ ਕੌੜੀ ਗੱਲ ਨਹੀਂ ਸੀ ਕੀਤੀ, ਹਮੇਸ਼ਾ ਦੁਆਵਾਂ ਹੀ ਦਿੰਦੀ ਸੀ। ਮਰ ਕੇ ਹੋਰ ਸਮਝ ਆਈ, ਪਿਓ ਦੀ ਅੱਧੀ ਤੋਂ ਜ਼ਿਆਦਾ ਕਮਾਈ ਦਾਦੀ ਦੇ ਇਲਾਜ ਤੇ ਖਰਚ ਹੋ ਜਾਂਦੀ ਸੀ। ਬੇਬੇ ਦਾਦੀ ਦੇ ਇਲਾਜ ਵਿੱਚ ਕਦੀ ਕਮੀ ਨਾ ਆਣ ਦਿੱਤੀ। ਉਹ ਲੜਦੀ ਦਾਦੀ ਨਾਲ ਨਹੀਂ ਸੀ, ਸਮਝਦੀ ਸੀ ਆਪਣੇ ਨਸੀਬਾਂ ਨਾਲ ਲੜਦੀ ਏ, ਪਰ ਉਹਦੀ ਲੜਾਈ ਆਪਣੇ ਨਸੀਬਾਂ ਨਾਲ ਵੀ ਨਹੀਂ ਸੀ, ਉਸ ਜਾਲ ਨਾਲ ਸੀ ਜਿਹੜਾ ਉਹਦੇ ਵੱਡਿਆਂ ਦੇ ਲਾਲਚ ਤੇ ਡਰ ਦੀ ਵਜ੍ਹਾ ਤੋਂ ਉਹਦੀ ਨਸਲ ਦੇ 4 ਚੁਫੇਰੇ ਬੁਣਿਆ ਗਿਆ ਸੀ। ਬੋਲਦੀ ਉਹ ਦਾਦੀ ਨੂੰ ਨਹੀਂ ਸੀ, ਆਪਣੇ ਪੁਰਖਾਂ ਨੂੰ ਸੀ।
ਮਾਂ ਪੇ ਤੇ ਨਾਨੇ ਦਾਦੇ ਨੂੰ ਨਹੀਂ, ਪਿਛਲੀਆਂ ਨਸਲਾਂ ਨੂੰ। ਖਬਰੇ ਲੋਕੀ ਸਮਝਦੇ ਨੇ ਕਿ ਉਹ ਜੋ ਵੀ ਕਰ ਜਾਣ ਕੇ ਉਹਨਾਂ ਦੇ ਮਰਦੇ ਹੀ ਉਹ ਸਭ ਕੁਝ ਗਾਇਬ ਹੋ ਜਾਵੇਗਾ, ਜਾਂ ਫਿਰ ਨਿਰੇ ਉਹਨਾਂ ਦੇ ਜੰਮੇ ਹੀ ਉਹਨਾਂ ਦੇ ਬਾਲ ਨੇ, ਬਾਕੀ ਬਾਲ ਕੀੜੇ ਮਕੌੜੇ ਨੇ। ਦਾਦੀ ਦੇ ਮਰਨ ਤੇ ਮੇਰੀ ਬੇਬੇ ਦੂਣਾ ਰੋਈ ਸੀ। ਇੱਕ ਤੇ ਦਾਦੀ ਦੇ ਮਰਨ ਉੱਤੇ ਤੇ ਦੂਜਾ ਦੂਜਿਆਂ ਦੇ ਸਾੜ ਦਾਦੀ ਤੇ ਕੱਢਦੇ ਰਹਿਣ ਤੇ। ਇਹ ਨਸਲਾਂ ਦੀਆਂ ਵੱਡੀਆਂ ਲੜਾਈਆਂ ਲੜੀਆਂ ਜਾ ਸਕਦੀਆਂ ਨੇ, ਜਰੀਆਂ ਨਹੀਂ ਜਾ ਸਕਦੀਆਂ, ਕੋਹ ਦਿੰਦੀਆਂ ਨੇ। ਇਹ ਨਾ ਜਿੱਤ ਸਕਣ ਵਾਲੀ ਲੜਾਈ ਲੜਦੀ, ਚੀਕਦੀ ਚਿਲਾਂਦੀ, ਅਖੀਰ ਉਹ ਆਪ ਵੀ ਹਾਰ ਗਈ, ਮਰ ਗਈ। ਖਬਰੇ ਦਾਦੀ ਨੂੰ ਲੈ ਕੇ ਬੇਬੇ ਦੇ ਹਿਵਲਿਆਂ ਨੇ ਉਹਦਾ ਸੱਜਾ ਰਜਿਸਟਰ ਭਰਿਆ ਹੋਣਾ ਹੈ ਜਾਂ ਖੱਬਾ।